ਲੋ ਜੀ ਦੋਸਤੋ, ਅੱਜ ਕੱਲ੍ਹ ਕਾਫੀ ਬੰਦੇ ਪੁੱਛਦੇ ਆ ਜੀ ਬੈਂਕ ਤੋਂ ਟਰੈਕਟਰ ਕਿਵੇਂ ਮਿਲ ਰਿਹਾ 7% ਤੇ ਕੀ ਤਰੀਕਾਕਾਰ ਆ। ਇੱਕ ਤਾਂ ਤੁਹਾਨੂੰ ਪਤਾ 0% ਤੇ ਵੀ ਮਿਲ ਰਿਹਾ, ਬਾਕੀ ਇਹ ਮਿਲ ਰਿਹਾ, ਇਹ ਭਾਈ ਉਹਨਾਂ ਨੂੰ ਮਿਲਿਆ 7% ਤੇ। ਬਾਕੀ ਤੁਹਾਨੂੰ ਮੁਕੰਮਲ ਡਿਟੇਲ ਤੁਹਾਡੇ ਨਾਲ ਸ਼ੇਅਰ ਕਰਦੇ ਆ, ਕਿਹੜਾ ਬੈਂਕ ਦੇ ਰਿਹਾ, ਕਿੰਨੇ % ਐਡਵਾਂਸ ਦੇਣਾ ਪੈਂਦਾ, ਕਿੰਨੇ ਸਾਲਾਂ ਵਾਸਤੇ, ਮੁਕੰਮਲ ਡਿਟੇਲ ਤੁਹਾਡੇ ਨਾਲ ਸ਼ੇਅਰ ਕਰਾਉਂਦੇ ਆ ਜੀ। अस्सलाम वालेकुम जी। वालेकुम सलाम। हाँ जी मियाँ साहब, की हाल जी? ठीक ठाक जी? जी शुक्र अल्लाह पाक दा। ਅੱਛਾ ਇਹ ਦੱਸੋ ਬੈਂਕ ਤੋਂ ਕਿਵੇਂ ਮਿਲ ਰਿਹਾ ਵਾ 7% ਦੇ ਟਰੈਕਟਰ? ਅੱਛਾ ਇਹ ਦੋਸਤ ਆਪਣੇ ਕਾਫੀ ਆਏ ਨੇ, ਇਹਨਾਂ ਨੇ ਇਹ ਜ਼ਿਕਰ ਕੀਤਾ ਜੀ ਆਪਣਾ ਬ੍ਰਾਂਚ ਜਿਹੜਾ ਆਪਣੇ ਇਲਾਕੇ ਦਾ ਹੈਗਾ ਨਾ, ਕੋਈ ਵੀ ਪ੍ਰਾਈਵੇਟ ਹੈ ਜਾਂ ਕਮਰਸ਼ੀਅਲ ਹੈ, ਜ਼ਰੀਏ ਉਹਨਾਂ ਕੋ ਜਾਓ, ਜਿਹੜਾ ਤੁਹਾਡਾ ਮੁਕਾਮੀ ਹੈਗਾ ਬੈਂਕ, ਉਹਦੇ ਕੋ ਜਾ ਕੇ ਆਪਣੇ ਰਕਬੇ ਦੀ ਤਸ਼ਰੀਹ ਦਿਓ। ਉਹਦੇ ਮੁਤਾਬਕ ਅਗਲਾ ਪ੍ਰੋਸੀਜਰ ਬਣੇਗਾ ਤੁਹਾਡਾ, ਜਿੰਨੀ ਮੈਜੋਰਟੀ ਦਾ ਰਕਬਾ ਹੋਇਆ। ਦੂਸਰੇ ਨੰਬਰ ਤੇ ਸਰ ਜੀ ਇਹਦਾ 10 ਲੱਖ ਡਾਊਨ ਪੇਮੈਂਟ ਆ, 7% ਤੇ 10 ਲੱਖ ਡਾਊਨ ਪੇਮੈਂਟ ਹੈ। ਬਾਕੀ 6 ਮਹੀਨੇ ਬਾਅਦ ਇਹਦੀ ਛਮਾਈ ਦੀ ਕਿਸ਼ਤ ਹੁੰਦੀ ਹੈ 3 ਲੱਖ। ਠੀਕ ਹੋ ਗਿਆ। ਦੂਸਰੇ ਨੰਬਰ ਤੇ ਤੁਹਾਨੂੰ ਅਲਫਲਾ ਬੈਂਕ ਵੀ ਦੇਗਾ, ਹਬੀਬ ਬੈਂਕ ਵੀ ਦੇਗਾ, ਕਮਰਸ਼ੀਅਲ ਬੈਂਕ ਵੀ ਦੇਗਾ, ਜ਼ਰੀ ਵੀ ਦੇਗਾ। ਲੇਕਿਨ ਤੁਹਾਡੇ ਇਲਾਕੇ ਜਾ ਕੇ ਜਦੋਂ ਬੈਂਕ ਦੇ ਵਿੱਚ ਮੈਨੇਜਰ ਦੇ ਨਾਲ ਤੁਸੀਂ ਸਲਾਹ ਮਸ਼ਵਰਾ ਕਰੋਗੇ, ਉੱਥੇ ਤੁਹਾਡਾ ਪੂਰਾ ਪ੍ਰੋਸੀਜਰ ਬਣੇਗਾ, ਡਾਊਨ ਪੇਮੈਂਟ ਜਮ੍ਹਾਂ ਹੋ ਜਾਏਗੀ 7% ਤੇ। ਉਹ ਤੁਹਾਨੂੰ ਜਿਹੜਾ ਆਪਣਾ ਪੇ ਆਰਡਰ ਜਾਂ ਡਰਾਫਟ ਬਣਾਉਣਗੇ, 15 ਤੋਂ 20 ਦਿਨਾਂ ਬਾਅਦ ਟਰੈਕਟਰ ਅਲਾਟ ਹੋ ਜਾਏਗਾ। ਇਸ ਵਕਤ ਜਿੰਨੇ ਦੋਸਤ ਆ ਬੈਂਕ ਦਾ ਟਰੈਕਟਰ ਲੈ ਰਹੇ ਨੇ, ਇਹਦੇ ਵਿੱਚ ਫਾਇਦਾ ਇਹ ਆ 10 ਲੱਖ ਰੁਪਏ ਨਾਲ ਟਰੈਕਟਰ ਦੇ ਮਾਲਕ ਬਣ ਜਾਂਦੇ ਨੇ। ਬਾਕੀ 7% ਤੇ ਟਰੈਕਟਰ ਇੰਨਾ ਮਾਰਜਨ ਨਹੀਂ ਪੈਂਦਾ। ਔਰ ਇਹ ਹੈਗਾ ਕਿ ਛਮਾਈ ਬਾਅਦ ਕਿਸ਼ਤ ਆਉਂਦੀ ਹੈ 3 ਲੱਖ ਰੁਪਈਆ। 3 ਲੱਖ ਰੁਪਈਆ ਜ਼ਿਮੀਦਾਰ ਜਿਹਨੇ ਦੇਣਾ ਉਹਦੇ ਵਾਸਤੇ ਕੋਈ ਜ਼ਿਆਦਾ ਨਹੀਂ ਹੈਗਾ। ਐਸੇ ਦੋਸਤ ਹੈਗੇ ਨੇ 5-10 ਕਿੱਲੇ ਵਾਲੇ 42 ਲੱਖ ਰੁਪਈਆ ਨਹੀਂ ਭਰ ਸਕਦੇ, ਉਹ ਕਹਿੰਦੇ 10 ਲੱਖ ਰੁਪਈਆ ਦਿਓ, ਆਪਣੇ ਇਲਾਕੇ 'ਚੋਂ ਆਪਣਾ ਕੇਸ ਕਰਾ ਕੇ 10 ਲੱਖ ਦੇ ਕੇ ਟਰੈਕਟਰ ਲੈ ਲਓ। ਇਹ ਬਹੁਤ ਅੱਛਾ ਮਸ਼ਵਰਾ ਉਹਨਾਂ ਲੋਕਾਂ ਦਾ, ਔਰ ਉਹਨਾਂ ਦਾ ਬੜਾ ਸੈਟਅਪ ਬਣ ਜਾਂਦਾ ਹੈ। 42 ਲੱਖ ਰੁਪਈਆ ਕੱਢਣਾ ਮੁਸ਼ਕਲ ਹੋ ਗਿਆ ਜਿਹੜਾ ਵਕਤ ਜਾ ਰਿਹਾ ਹੈ। ਇਸ ਤੋਂ ਇਲਾਵਾ ਇਹ 0% ਤੇ ਵੀ ਇੱਕ ਮਿਲ ਰਹੀ ਹੈ ਸਕੀਮ ਹੈ, ਤੇ ਉਹਦੇ ਵਾਸਤੇ 100 HP ਟਰੈਕਟਰ ਜਿਹੜਾ ਬਰਾਕ ਸੇਲ ਹੋ ਰਿਹਾ ਉਹ 0%। ਬੰਦੇ ਪੁੱਛਦੇ 85 ਵੀ ਕੀ 0% ਤੇ ਮਿਲਦਾ ਜਾਂ ਨਹੀਂ? ਸਰ ਇਹਦੇ ਵਿੱਚ 0% ਨਹੀਂ ਹੈਗਾ। 0% ਅੱਜ ਤੋਂ ਕੋਈ 6 ਮਹੀਨੇ ਪਿੱਛੇ ਆਏ ਜਦੋਂ ਗ੍ਰੀਨ ਸਕੀਮ ਅਲਾਟ ਨਹੀਂ ਸੀ ਹੋਈ। ਜਦੋਂ ਗ੍ਰੀਨ ਸਕੀਮ ਅਲਾਟ ਹੋਈ ਉਸ ਤੋਂ ਬਾਅਦ 7% ਜਿਹੜਾ ਉਹਨਾਂ ਨੇ ਬੰਦ ਕਰਕੇ ਫਿਰ ਚਾਲੂ ਕਰਤਾ ਹੈ। ਇਹ 4 ਤੋਂ 5 ਸਾਲ ਹੋ ਗਏ ਚੱਲਦਾ ਪਿਆ। ਜਿਹੜਾ 0% ਆ ਉਹ ਬਰਾਕ ਵਾਲੇ ਨੇ ਕੱਢਿਆ ਹੋਇਆ। ਬਿਲਕੁਲ ਕਿਉਂਕਿ ਉਹਦੀ ਵਜ੍ਹਾ ਕੋਈ ਇੱਕ ਨਵਾਂ ਕੈਟਾਗਰੀ ਆਈ ਹੈ ਮਾਰਕੀਟ ਦੇ ਵਿੱਚ ਟਰੈਕਟਰ, ਉਹ 0% ਤੇ ਉਹਨਾਂ ਨੇ ਕੱਢਿਆ ਇਸ ਵਾਸਤੇ ਕਿ ਜ਼ਿਮੀਦਾਰ ਦਾ ਥੋੜਾ ਜਿਹਾ ਧਿਆਨ ਸਾਡੇ ਵਾਲੇ ਹੋ ਜਾਵੇ। ਚਲੋ ਇਹ ਹੈਗਾ ਕਿ ਜਿਹੜਾ ਉਹਨਾਂ 5 ਲੱਖ 4 ਲੱਖ 5 ਸਾਲ ਦਾ 7 ਸਾਲ ਦਾ ਪਲਾਨ ਦੇ ਵਿੱਚ ਜ਼ਿਆਦਾ ਦੇਣਾ, ਉਹਦੇ ਵਿੱਚ ਉਹਨਾਂ ਨੂੰ ਮਾਰਜਨ ਨਹੀਂ ਪੈਂਦਾ। ਉਹਦੀ ਕੀਮਤ 37 ਲੱਖ ਹੈ ਜਾਂ 38 ਲੱਖ ਹੈ, ਉਹ ਉਹਨਾਂ ਨੂੰ ਪੂਰੇ ਰੇਟ ਦੇ ਵਿੱਚ ਇੰਸਟਾਲਮੈਂਟ ਤੇ ਮਿਲ ਜਾਂਦਾ ਹੈ। ਉਹਦੇ ਵਿੱਚ ਕੋਈ ਉਹਨਾਂ ਨੂੰ ਜ਼ਿਆਦਾ ਸੂਤ, ਜ਼ਿਆਦਾ ਪੈਸੇ ਨਹੀਂ ਦੇਣੇ ਪੈਂਦੇ। ਜਿਹੜਾ ਮਿਲਰ ਟਰੈਕਟਰ ਆ ਇਹ ਤੁਹਾਨੂੰ ਪਤਾ ਇੱਕ ਬ੍ਰਾਂਡ ਹੈ, ਮੈਸੀ ਫਰਗੂਸਨ ਬ੍ਰਾਂਡ ਹੈ। ਜਿੰਨਾ ਮਰਜ਼ੀ ਬਰਾਕ ਆ ਜਾਏ, ਜਿੰਨਾ ਮਰਜ਼ੀ IMT ATH ਜੋ ਮਰਜ਼ੀ ਆ ਜਾਏ, ਲੇਕਿਨ ਮਿਲਰ ਮੈਸੀ ਫਰਗੂਸਨ ਇੱਕ ਬ੍ਰਾਂਡ ਹੈ। ਇਹ ਹੁਣ 60 ਸਾਲ ਇਹਨੇ ਦਿੱਤੇ ਆ ਪਾਕਿਸਤਾਨ ਨੂੰ, ਇਹਦੇ ਤੱਕ ਪਹੁੰਚਣ ਲਈ ਟਾਈਮ ਚਾਹੀਦਾ। ਕੋਈ ਵੀ ਕੰਪਨੀ ਨਵੀਂ ਆਉਂਦੀ ਨਾ, ਉਹਨੂੰ ਟਾਈਮ ਲੱਗਣਾ ਇਹਦੇ ਤੱਕ ਪਹੁੰਚਣ ਲਈ। ਸਾਰੇ ਟਰੈਕਟਰ ਦੂਜਿਆਂ ਨਾਲੋਂ ਜਿਵੇਂ ਦੂਸਰੇ ਨਾ ਸਮਝ ਲਓ ਕਿ ਸਾਰਾ ਪਾਰਟ ਸੋ ਹੀ ਆ। ਹਾਂਜੀ, ਸਿਰਫ ਇਹਦਾ ਨਾਮ ਹੀ ਕਾਫੀ ਹੈ, ਮੈਸੀ ਫਰਗੂਸਨ। ਇਸ ਵਜ੍ਹਾ ਤੋਂ ਸਰ ਜੀ ਇਹ ਖਲੋਤਾ ਹੋਵੇ ਨਾ 1976 ਮਾਡਲ ਵੀ ਗਲਿਆ ਵੀ ਹੋਵੇ ਤਾਂ ਲੋਕ ਝੋਲੀ 'ਚ ਪਾ ਕੇ ਇਕੱਠਾ ਕਰਕੇ ਉਹ ਵੀ ਲੈ ਜਾਂਦੇ ਨੇ। ਤੇ ਬਰਾਕ ਇੱਥੇ ਆਇਆ, ਟਰੈਕਟਰ ਮਾੜਾ ਨਹੀਂ ਹੈਗਾ, ਪੰਬ ਹੈ, ਬਹੁਤ ਅੱਛਾ ਟਰੈਕਟਰ। ਟਾਈਮ ਲੱਗੇਗਾ ਜੀ ਉਹਨੂੰ, ਟਾਈਮ ਲੱਗੇਗਾ, ਲੇਕਿਨ ਇਹ ਇੱਕ 70 ਹੋਂਡਾ ਵਾ ਹੈ ਜਿਹੜੀ ਕੰਪਨੀ ਹੈ, ਇਹ ਚੀਜ਼ ਆ। ਇਸ ਵਾਸਤੇ ਜ਼ਿਆਦਾ ਲੋਕਾਂ ਦਾ ਜ਼ਿਹਨ ਮੁਤਮਿਨ ਹੈ ਇਹਦੇ ਉੱਤੇ। ਬਾਕੀ ਮੀਆਂ ਸਾਹਿਬ ਇਸ ਤੋਂ ਇਲਾਵਾ ਮਜ਼ੀਦ ਸਾਨੂੰ ਦੱਸੋ, ਤੁਸੀਂ ਪਹਿਲਾਂ ਬੈਂਕਾਂ ਦੇ ਟਰੈਕਟਰ ਖਰੀਦ ਵੀ ਲੈਂਦੇ ਹੁੰਦੇ ਸੀ, ਹਾਂਜੀ, ਹੁਣ ਵੀ ਖਰੀਦਦੇ ਹੋ ਜਾਂ ਨਹੀਂ? ਬਿਲਕੁਲ ਖਰੀਦਦੇ ਹੋ। ਤੇ ਕਿੰਨੇ % ਮਾਰਜਨ ਰੱਖਦੇ ਹੋ, ਕੀ ਹਿਸਾਬ ਕਿਤਾਬ? ਸਰ ਇਹਦੇ ਵਿੱਚ ਜਿਹੜਾ ਬੈਂਕ ਵਾਲਾ ਟਰੈਕਟਰ ਹੈ ਨਾ, ਇਸ ਵਕਤ ਉਹਦੀ ਡਿਮਾਂਡ ਹੈਗੀ ਏ 35.5 70। ਭਾਵੇਂ ਉਹ 42 ਲੱਖ ਵਾਲਾ ਹੈ, ਭਾਵੇਂ ਉਹ ਪੁਰਾਣੀ ਆਪਣਾ ਪ੍ਰਾਈਜ਼ ਵਾਲਾ ਹੈ 40 ਲੱਖ 85 ਵਾਲਾ। ਉਹਦਾ ਸਿਰਫ ਜਿਹੜਾ ਬਾਹਰ ਮਾਰਜਨ ਇੰਨਾ ਕੀ ਹੈ ਕਿ ਜੇ ਅਸੀਂ ਬਾਹਰ ਵੇਚ ਕੇ ਜਾਂਦੇ ਹਾਂ 35 ਲੱਖ 50 ਤੋਂ 17 ਤੋਂ ਵੱਧ ਨਹੀਂ ਵਿਕਦਾ ਪਿਆ। ਯਾਨੀ ਕਿ 6 ਲੱਖ ਦਾ ਨੁਕਸਾਨ ਹੋ ਰਿਹਾ ਹੈ। ਉਹਦੀ ਵਜ੍ਹਾ ਇਹ ਟਰੈਕਟਰ ਜ਼ਿਮੀਦਾਰ ਤੇ ਲੈਂਦਾ ਹੀ ਨਹੀਂ ਬੈਂਕ ਵਾਲਾ, ਇਹ ਐਕਸਪੋਰਟਰ ਹੀ ਚੁੱਕਦਾ ਹੈ। ਐਕਸਪੋਰਟਰ ਦਾ ਵੀ ਇਸ ਵੇਲੇ ਮੰਦਾ ਜਿਉਂ ਦੀ ਆਪਣਾ ਜੰਗ ਲੱਗੀ ਹੈ ਇਰਾਨ ਦੀ, ਕਿਉਂਕਿ ਐਕਸਪੋਰਟ ਦਾ ਮਾਰ ਰੁਕਿਆ। ਵਰਨਾ ਇਹ ਟਰੈਕਟਰ ਇਸ ਵੇਲੇ 38 ਲੱਖ 38.5 ਲੱਖ ਦਾ ਈਜ਼ੀਲੀ ਵਿਕ ਸਕਦਾ। ਲੇਕਿਨ ਦੋਸਤ ਜਿਹੜੇ ਬੈਂਕ ਤੋਂ ਲੈਂਦੇ ਉਹਨਾਂ ਨੂੰ ਪੈਸੇ ਦੀ ਲੋੜ ਹੁੰਦੀ ਹੈ, ਉਹ 2 4 5 ਨੂੰ ਨਹੀਂ ਵੇਖਦੇ ਉਹ ਟਰੈਕਟਰ ਵੇਚ ਕੇ ਲੈ ਕੇ। ਕੱਲ ਮੇਰੇ ਦੋਸਤ ਆਏ ਨੇ ਕੰਮ ਹੋ ਗਈ ਤੋਂ, 2 ਟਰੈਕਟਰ ਜ਼ਫਰ ਸ਼ਾਹ ਕੋ ਨਿਕਲੇ ਗੁਜਰਾਂਵਾਲੇ ਦੇ। ਉਹਨਾਂ ਨੇ ਦੋਵਾਂ ਟਰੈਕਟਰਾਂ ਪੂਰੀ ਮੰਡੀ 'ਚ ਛਾਪੇ 'ਚ ਪਾ ਕੇ ਲੱਗੇ ਫਿਰਦੇ। ਰੇਟ ਕੀ ਲੱਗਾ 35.5। ਅਖੀਰ ਉਹ 35.5 ਦਾ ਦੇ ਕੇ ਗਏ ਨੇ, ਕਿਉਂਕਿ ਉਹਨਾਂ ਦੀ ਮਜਬੂਰੀ ਹੋ ਸਕਦਾ, ਉਹਨੇ ਕਿਸੇ ਮਕਸਦ ਲਈ ਲਿਆ ਹੋਵੇ, ਨਾ ਬਾਣਾ ਹੋਵੇ। 35.5 ਦਾ ਸਰ ਕੱਲ ਵਿਕਿਆ ਹੈ, ਲੇਕਿਨ ਰੇਟ ਦਾ 42 ਲੱਖ 6,000 ਕੈਸ਼ ਵਾਲੇ ਦਾ। ਇਹ ਅਗਰ ਕੋਈ ਬੈਂਕ ਦੇ ਟਰੈਕਟਰ ਲੈਣੇ ਹੋਣ ਤੁਹਾਡੇ ਕੋਲ ਹੈ ਨੇ, ਅਵੇਲੇਬਲ ਨੇ ਕੋਈ? ਬਿਲਕੁਲ ਮਿਲ ਜਾਂਦੇ ਨੇ, ਬਿਲਕੁਲ ਸਾਡੇ ਕੋਲ ਮਿਲ ਜਾਂਦੇ ਨੇ।
ਜਦੋਂ ਕੋਈ ਦੋਸਤ ਸਾਨੂੰ ਪੁੱਛੇਗਾ, ਜੇ ਸਾਡੇ ਕੋਲ ਅਵੇਲੇਬਲ ਹੋਏਗਾ, ਅਸੀਂ ਮਾਰਜਨ ਉਹਦੇ ਵੇਖੋ ਨਾ 35.5 ਦਾ ਲਿਆ ਤੇ ਅਸੀਂ ਗਾਹਕ ਕੋਲੋਂ 36 ਮੰਗਾਂਗੇ। ਹਾਂ ਠੀਕ ਹੈ, ਲੱਖ ਦੋ ਰੱਖਣਾ ਹੀ ਆ, ਉਹਦੇ ਵਿੱਚ ਅਸੀਂ 50-60 ਹਜ਼ਾਰ ਜ਼ਿਆਦਾ ਮੰਗਾਂਗੇ, ਫਿਰ ਉਹ ਥੋੜਾ ਬਹੁਤਾ ਕਮੀ ਪੇਸ਼ੀ ਹੋ ਜਾਂਦੀ ਹੈ। ਲੇਕਿਨ ਉਹਦੇ ਵਿੱਚ ਇਹ ਹੁੰਦਾ ਕਿ ਜਿਹੜਾ ਇਹਦੇ ਕਾਗਜ਼ਾਂ ਦੀ ਜ਼ਿੰਮੇਵਾਰੀ ਸਭ ਤੋਂ ਮੇਨ ਉਹ ਆ, ਉਹ 50-60 ਹਜ਼ਾਰ ਨੂੰ ਅਮੀਅਤ ਨਹੀਂ ਦਿੰਦੀ, ਉਹ 42 ਲੱਖ ਨੂੰ ਅਮੀਅਤ ਦਿੰਦੀ ਹੈ। ਜਦ ਤੱਕ ਇਸ ਚੀਜ਼ ਦੇ ਕਾਗਜ਼ਾਤ ਨਹੀਂ ਹੋਣਗੇ, ਇਹ 42 ਲੱਖ ਵਾਲੀ ਚੀਜ਼ ਸਮਝ ਲਓ ਕਿ ਮਿੱਟੀ ਹੈ। ਕਿਉਂਕਿ ਜਿਸ ਚੀਜ਼ ਦਾ ਡਾਕੂਮੈਂਟ ਨਹੀਂ ਹੈਗਾ, ਜਿਹਦਾ ਜੰਮਣ ਪਰਚੀ ਨਹੀਂ ਹੈਗੀ, ਉਹ ਬੰਦਾ ਫਰਗ ਹੈ। ਇਸ ਵਾਸਤੇ ਤੇ ਡਾਕੂਮੈਂਟ ਹੈਗੇ ਤੇ 42 ਲੱਖ ਦਾ ਡਾਕੂਮੈਂਟ ਨਹੀਂ ਹੈਗੇ, 35.5 ਤੋਂ ਵੱਧ ਦੇ ਟਰੈਕਟਰ ਨਹੀਂ ਹੈਗਾ। ਹਾਂ ਡਾਕੂਮੈਂਟ ਕਿਉਂਕਿ ਬੈਂਕ ਕੋਲ ਰਹਿਣੇ ਨੇ, ਬੈਂਕ ਕੋਲ ਰਹਿਣੇ ਆ। ਬਾਕੀ ਕੋਈ ਦੋਸਤ ਸਾਨੂੰ ਪੁੱਛਦਾ ਹੈ ਕਿ ਬੈਂਕ ਦਾ ਟਰੈਕਟਰ ਹੈ, ਇਨਸ਼ਾਅੱਲਾ ਮਿਲੇਗਾ। ਬਾਕੀ ਦੋਸਤੋ ਅਗਰ ਕਿਸੇ ਨੇ ਬੈਂਕ ਦਾ ਟਰੈਕਟਰ ਲੈਣਾ ਹੋਏ, ਬੜੇ ਦੋਸਤ ਰਾਬਤਾ ਕਰਦੇ ਨੇ, ਤੁਹਾਡੇ ਨਾਲ ਰਾਬਤਾ ਨੰਬਰ ਸ਼ੇਅਰ ਕਰ ਦਿੰਦੇ ਆ। ਲੈਣਾ ਹੋਏ, ਦੇਣਾ ਹੋਏ, ਤੁਸੀਂ ਇਹਨਾਂ ਨਾਲ ਰਾਬਤਾ ਕਰ ਸਕਦੇ ਹੋ। ਬਾਕੀ ਮਾਰਕੀਟ ਦੇ ਮੀਆਂ ਟਰੈਕਟਰ ਤੇ ਹੁੰਦੇ ਆ ਜੀ। ਬਾਕੀ ਛੱਤ ਸਪੈਸ਼ਲ ਇਹਨਾਂ ਦੀ ਕਾਫੀ ਮਸ਼ਹੂਰ ਆ, ਪੂਰੇ ਪਾਕਿਸਤਾਨ ਜਿਹਨੂੰ ਡਿਲੀਵਰ ਕਰਦੇ ਨੇ। ਬਾਕੀ ਮੀਆਂ ਸਾਹਿਬ ਆਪਣਾ ਰਾਬਤਾ ਨੰਬਰ ਸ਼ੇਅਰ ਕਰ ਦਿਓ। ਰਾਬਤਾ ਨੰਬਰ ਹੀ ਸਾਡਾ ਮੀਆਂ ਟਰੈਕਟਰ ਮਸ਼ਹੂਰ ਹੈ, ਨਜ਼ਦ ਮਿਲਰ ਟਰੈਕਟਰ, ਸ਼ੇਖੂਪੁਰਾ ਰੋਡ, ਬੇਗਮਕੋਟ। 0323 6599 681 ਤੇ 0334 43 47 462 ਇਹ ਸਾਡਾ ਨੰਬਰ ਹੈ ਜੀ। ਕੋਈ ਦੋਸਤ ਫੋਨ ਕਰਦਾ, ਟਰੈਕਟਰ ਵੀ ਮਿਲੇਗਾ, ਛੱਤ ਵੀ ਮਿਲੇਗੀ, ਹੁੱਕ ਵੀ ਮਿਲੇਗੀ, ਬੰਪਰ ਵੀ ਮਿਲੇਗੀ, ਉਹਨੂੰ ਅੱਛੀ ਸਲਾਹ, ਉਹਨੂੰ ਅੱਛਾ ਮਸ਼ਵਰਾ ਵੀ ਮਿਲੇਗਾ। ਔਰ ਬੇਲੌਸ ਖਿਦਮਤ ਵਾਸਤੇ ਹਾਜੀ ਅਕਰਮ ਮੀਆਂ ਟਰੈਕਟਰ ਤੇ ਮੌਜੂਦ ਹੈ। ਠੀਕ ਹੋ ਗਿਆ ਜੀ, ਮਿਹਰਬਾਨੀ।